नमस्कार आदाब सत श्री अकाल मैं इम्तियाज बराड़ ਅਤੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਹਾਲ ਹੀ ਦੇ ਵਿੱਚ ਸੰਸਦ ਦੇ ਮੌਨਸੂਨ ਸੈਸ਼ਨ ਦੇ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਪੈਗਾਸਸ ਨਾਮ ਦੀ ਇੱਕ ਰਿਪੋਰਟ ਸਾਹਮਣੇ ਆਈ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਦੇਸ਼ ਦੀਆਂ ਕਈ ਉੱਗੀਆਂ ਹਸਤੀਆਂ ਦੇ ਫੋਨਾਂ ਦੀ ਜਾਸੂਸੀ ਕੀਤੀ ਗਈ ਸੀ। ਸੰਸਦ ਦੇ ਦੋਵਾਂ ਸਦਨਾਂ ਦੇ ਵਿੱਚ ਇਸ ਨੂੰ ਲੈ ਕੇ ਲਗਾਤਾਰ ਹੰਗਾਮਾ ਹੋ ਰਿਹਾ ਹੈ। ਇਸ ਕਾਰਨ ਸਦਨਾਂ ਦਾ ਕੰਮ ਠੱਪ ਹੋਇਆ ਪਿਆ ਹੈ। ਹੁਣ ਤੱਕ 133 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਚੁੱਕਿਆ ਹੈ ਅਤੇ ਜਿਹੜਾ ਇਹ ਨੁਕਸਾਨ ਹੋਇਆ ਹੈ ਉਹ ਕਿਹਨਾਂ ਦਾ ਹੋਇਆ ਹੈ? ਉਹ ਹਰੇਕ ਉਸ ਇਨਸਾਨ ਦਾ ਹੋਇਆ ਹੈ ਜਿਹੜਾ ਇਨਸਾਨ ਕਰ ਯਾਨੀ ਕਿ ਟੈਕਸ ਅਦਾ ਕਰਦਾ ਹੈ। ਜਦੋਂ ਸੰਸਦ ਦੇ ਵਿੱਚ ਕਿਸੇ ਮੁੱਦੇ ਤੇ ਡੈਡਲੌਕ ਹੁੰਦਾ ਹੈ ਤਾਂ ਲੋਕ ਸਭਾ ਸੰਭਾਵੀ 54 ਵਿੱਚੋਂ ਸਿਰਫ 7 ਘੰਟੇ ਹੀ ਕੰਮ ਕਰਦੀ ਹੈ, ਜਦੋਂ ਕਿ ਰਾਜ ਸਭਾ 53 ਵਿੱਚੋਂ 11 ਘੰਟੇ ਹੀ ਕੰਮ ਕਰ ਪਾਉਂਦੀ ਹੈ। ਮੌਜੂਦਾ ਮੌਨਸੂਨ ਸੈਸ਼ਨ ਦੇ ਵਿੱਚ ਹੁਣ ਤੱਕ ਸੰਸਦ ਨੂੰ 107 ਘੰਟੇ ਕੰਮ ਕਰਨਾ ਚਾਹੀਦਾ ਸੀ, ਪਰ ਸਿਰਫ 18 ਘੰਟੇ ਹੀ ਕੰਮ ਕੀਤਾ ਗਿਆ ਹੈ। ਅਜਿਹੀ ਸਥਿਤੀ ਦੇ ਵਿੱਚ 99 ਘੰਟੇ ਦਾ ਸਮਾਂ ਪੂਰੀ ਤਰੀਕੇ ਦੇ ਨਾਲ ਬਰਬਾਦ ਹੋ ਗਿਆ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਟੈਕਸ ਦਾਤਿਆਂ ਦੇ ਕੁੱਲ 133 ਕਰੋੜ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ। ਲੋਕ ਸਭਾ ਨੂੰ 54 ਘੰਟਿਆਂ ਦੇ ਵਿੱਚੋਂ 7 ਘੰਟੇ ਤੋਂ ਵੀ ਘੱਟ ਸਮੇਂ ਲਈ ਚੱਲਣ ਦੀ ਇਜਾਜ਼ਤ ਦਿੱਤੀ ਗਈ ਹੈ, ਜੋ ਕਿ ਕਿਤੇ ਨਾ ਕਿਤੇ ਸਾਡੇ ਸਾਰਿਆਂ ਦੇ ਨਾਲ ਇੱਕ ਤਰੀਕੇ ਦਾ ਕੋਝਾ ਮਜ਼ਾਕ ਬਣ ਕੇ ਰਹਿ ਗਿਆ ਹੈ। ਰਾਜ ਸਭਾ ਨੂੰ 53 ਘੰਟਿਆਂ ਦੇ ਵਿੱਚੋਂ 11 ਘੰਟੇ ਚੱਲਣ ਦੀ ਇਜਾਜ਼ਤ ਦਿੱਤੀ ਗਈ ਹੈ। ਸੰਸਦ 107 ਘੰਟਿਆਂ ਦੇ ਤੈਅ ਸਮੇਂ ਦੇ ਵਿੱਚੋਂ ਸਿਰਫ 18 ਘੰਟੇ ਚੱਲੀ ਹੈ, ਜੋ ਕਿ 16.8% ਹੀ ਚੱਲ ਸਕੀ ਹੈ। ਹਾਲ ਹੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਾਂਗਰਸ ਤੇ ਵਿਰੋਧੀ ਧਿਰ ਦੇ ਵਿੱਚ ਹੋਏ ਹੰਗਾਮੇ ਉੱਤੇ ਨਾਰਾਜ਼ਗੀ ਜਤਾਈ ਸੀ। ਭਾਜਪਾ ਸੰਸਦ ਦਲ ਦੀ ਬੈਠਕ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਕਾਂਗਰਸ ਨਾ ਤਾਂ ਸਦਨ ਨੂੰ ਕੰਮ ਕਰਨ ਦਿੰਦੀ ਹੈ ਅਤੇ ਨਾ ਹੀ ਚਰਚਾ ਦੀ ਇਜਾਜ਼ਤ ਦੇ ਰਹੀ ਹੈ, ਪਰ ਸਿਚੁਏਸ਼ਨ ਜਿਹੜੀ ਹੈਗੀ ਹੈ ਥੋੜੀ ਜੀ ਅਟਪਟੀ ਇਸ ਕਰਕੇ ਵੀ ਹੈ ਕਿ ਕੁਝ ਇੱਕ ਚੁਣਿੰਦਾ ਮਸਲਿਆਂ ਨੂੰ ਅਗਰ ਅਸੀਂ ਉਜਾਗਰ ਕਰਨ ਦੇ ਵਾਸਤੇ ਪੂਰੀ ਦੀ ਪੂਰੀ ਕਾਰਵਾਈ ਨੂੰ ਹੀ ਮੁਅੱਤਲ ਕਰਵਾ ਦਿੰਦੇ ਹਾਂ, ਪੂਰੇ ਦੇ ਪੂਰੇ ਦਿਨ ਨੂੰ ਸਥਗਿਤ ਕਰਵਾ ਦਿੰਦੇ ਹਾਂ, ਤਾਂ ਫਿਰ ਹੋਰ ਮਾਮਲਿਆਂ ਦੇ ਉੱਪਰ ਬਹਿਸ ਕਿਵੇਂ ਹੋਏਗੀ? ਹੋਰ ਚੀਜ਼ਾਂ ਜਿਹੜੀਆਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਪਰ ਜ਼ਰੂਰਤ ਹੈ ਧਿਆਨ ਦੇਣ ਦੀ, ਉਹਨਾਂ ਦੇ ਉੱਪਰ ਜ਼ਰੂਰਤ ਦੇ ਮੁਤਾਬਿਕ ਧਿਆਨ ਕਿਵੇਂ ਦਿੱਤਾ ਜਾਵੇਗਾ? ਇਹ ਸਾਰੇ ਦੀ ਸਾਰੀਆਂ ਸਿਚੁਏਸ਼ਨਾਂ ਆਪਣੇ ਆਪ ਦੇ ਵਿੱਚ ਹੀ ਇੱਕ ਅੰਕੁਸ਼ ਬਣ ਕੇ ਇਸ ਵਕਤ ਟੈਕਸ ਦਾਤਿਆਂ ਦੀ ਜਿਹੜੀ ਪੈਸਿਆਂ ਦੀ ਇਸ ਵਕਤ ਦੀ ਇੱਕ ਬਹੁਤ ਬੁਰੇ ਤਰੀਕੇ ਦੇ ਨਾਲ ਉਹਨਾਂ ਨੂੰ ਗਲਤ ਸਰੇ ਅੰਜਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਦੇ ਉੱਪਰ ਇੱਕ ਅੰਕੁਸ਼ ਖੜਾ ਕਰ ਰਹੀ ਹੈ। ਤੇ ਇਸ ਵਕਤ ਪੂਰੀ ਦੀ ਪੂਰੀ ਸਿਚੁਏਸ਼ਨ ਦੇ ਉੱਪਰ ਮੌਜੂਦਾ ਸਮੇਂ ਦੇ ਵਿੱਚ ਕਾਂਗਰਸ ਦੇ ਵਿਧਾਇਕ ਜਿਹੜੇ ਹੈਗੇ ਸੀ ਉਹ ਇਸ ਵਕਤ ਪੂਰੇ ਗਲਿਆਰੇ ਦੇ ਵਿੱਚ ਮੌਜੂਦ ਨੇ ਸੰਸਦ ਦੇ, ਅਤੇ ਉਹਨਾਂ ਦੇ ਵੱਲੋਂ ਇਸ ਚੀਜ਼ ਦੇ ਉੱਪਰ ਆਪਣੀ ਰਾਏ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਉਹਨਾਂ ਦਾ ਨਾਮ ਹੈ ਰਵਨੀਤ ਸਿੰਘ ਬਿੱਟੂ। रवनीत सिंह बिट्टू के वालों इस सिचुएशन के बारे में की क्या गया है, आओ सुनते हैं। संसद है जो वो चलाने के लिए है और लोगों के मुद्दे उठाने के लिए है, पर आप ये भी समझते हैं जहाँ गवर्नमेंट होती है, सरकार होती है, सरकार के जो भी विरोध में जो भी लोगों का इशू होता है, गवर्नमेंट खुद तो कहेगी नहीं भी यहाँ महंगाई हो गई, हमारे अनएम्प्लॉयमेंट हो गया हमारे दौरान, जहाँ कोविड में प्रॉब्लम आई, कोई भी गवर्नमेंट हो, ये तो वो खुद तो आके कहेगी नहीं भी नहीं जी हमें बेरोज़गारी हो गई, हमसे कंट्रोल नहीं हो रही, तो वो कौन कहेगा? वो अपोजिशन कहेगी। सबसे बड़ा मुद्दा है आज, इसे आप कैसे इग्नोर करेंगे? आज 8 महीने हो गए, 300 से ऊपर दिन हो गए, चारों तरफ सड़कों पे वो कांग्रेसी तो है नहीं, वो किसी ऑपोजिशन पार्टी के तो है नहीं, वो तो किसान हैं, मजदूर हैं बैठे। अगर हम उनकी बात नहीं करेंगे तो इस पार्लियामेंट में तो ये है भी आखिरी शोर पे जो आखिरी लाइन में आदमी खड़ा है उसकी भी बात सुनी जाती है। लेकिन आप समझिए 200 MP, 500 कुछ का तो है ही, 200 MP, इट मीन्स हम आपकी तरह यहाँ कोई मिनिस्टर जो सरकार ने कोई तनख्वाह पे तो रखे नहीं हुए भी हमें 50,000 वो दे रहे हैं तो हम जो वो चाहेंगे करेंगे। जैसे प्राइम मिनिस्टर भी चुन के आते हैं, सभी संसद 25-25 लाख लोगों के चुने हुए और 200 संसद वेल में खड़ा है, 200, तो आप लगाओ कितने करोड़ लोगों का देश है। और अगर वो कुछ चाहते हैं, आप जैसे साहब ने कहा
बिल्कुल बिजनेस एडवाइजरी जो हमारी होती है कमेटी, उसमें एक हफ्ता तो मीटिंग ही नहीं हुई। फिर हमने कहा फार्मर इशू, उस पर डिस्कशन नहीं। हमने कहा कोविड, उस पर इशू नहीं। अनएम्प्लॉयमेंट, उस महंगाई पर, यहाँ ये नया आ गया काम जो कैमरे लगे हुए हैं मोबाइल में हर के घर, उसमें से देखा जा रहा है। तो वो भी क्या है, वो आईटी मिनिस्टर हैं जो वो उसका जवाब दे रहे हैं। ये चीज़ें होती हैं होम मिनिस्ट्री के अंडर। हम तो यही चाहते हैं भी वही डिस्कशन करो और इसका जवाब जो होम मिनिस्टर अमित शाह जी दें। कि आप पीछे अपनी चेयर पे जाएं, उसके लिए तो हम स्पीकर साहब को रोज़ मिलते हैं भी, हम चले जाते हैं चेयर पे, आप करवाएं ये। पर एक बार भी किसी टॉपिक पे मंत्री जी खड़े होकर जोशी जरूर कहते हैं, पर एक टॉपिक के उन्होंने कहा है किसी के ऊपर भी, या इसके ऊपर हम बहस करवाने के लिए तैयार हैं, अभी शुरू करो, आप बता दो अगर एक इशू उन्होंने कहा हो भी वी आर एग्रीइंग विद दिस। नहीं, अब मतलब इस तरीके से मुझे नहीं लगता ये टोटल वाइप आउट जो होगा, ये सेशन होगा, लोगों का नुकसान होगा इससे। लेकिन अगर हमने सरकार की यहाँ पे बैठ के जो वो चाहते हैं वो यहाँ करना है, तो फिर तो हम सब बीजेपी ज्वाइन कर लेते हैं, सरकार ज्वाइन कर लेते हैं, ऑपोजिशन छोड़ देते हैं, लोगों की बात करनी हम बंद कर देते हैं। ਤਾਂ ਤੁਸੀਂ ਵੇਖ ਸਕਦੇ ਹੋ ਕਿ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਵੀ ਇਸ ਚੀਜ਼ ਦੇ ਉੱਪਰ ਹੀ ਖਾਸ ਤੌਰ ਤੇ ਗੱਲ ਕਲੀਅਰ ਕਰਕੇ ਕਹੀ ਗਈ ਹੈ ਕਿ ਜਦੋਂ ਇੱਕ ਜਿਹੜੇ ਹੈਗੇ ਨੇ ਸੰਸਦ ਦੇ ਮੈਂਬਰ ਨੂੰ ਚੁਣ ਕੇ ਉਹਨਾਂ ਨੂੰ ਆਪਣਾ ਪ੍ਰਤੀਨਿਧੀ ਬਣਾ ਕੇ ਲੋਕ ਸਭਾ ਦੇ ਵਿੱਚ ਭੇਜਿਆ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਉਹ ਲੱਖਾਂ ਲੋਕਾਂ ਦੀ ਆਵਾਜ਼ ਨੂੰ ਰਿਪਰੈਜ਼ੈਂਟ ਕਰਨ ਦੇ ਵਾਸਤੇ ਸੰਸਦ ਦੇ ਜਿਹੜੇ ਵੀ ਸੈਸ਼ਨ ਆਉਂਦੇ ਨੇ, ਚਾਹੇ ਸਰਦ ਰੁੱਤ ਦਾ, ਚਾਹੇ ਗਰਮੀ ਰੁੱਤ ਦਾ, ਚਾਹੇ ਮੌਨਸੂਨ ਸੈਸ਼ਨ ਹੈ, ਕਿਸੇ ਵੀ ਸੈਸ਼ਨ 'ਚ ਆਉਂਦੇ ਨੇ ਤਾਂ ਉੱਥੇ ਉਹਨਾਂ ਨੂੰ ਉਮੀਦ ਹੁੰਦੀ ਹੈ ਕਿ ਅਸੀਂ ਮੇਰੇ 15 ਲੱਖ 20 ਲੱਖ ਜਿੰਨੇ ਵੀ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਮਤਲਬ ਪੂਰੇ ਦੇ ਪੂਰੇ ਇਲਾਕੇ 'ਚ ਜਿਤਾਇਆ ਹੁੰਦਾ ਹੈ, ਉਹਨਾਂ ਨੂੰ ਉਮੀਦ ਹੁੰਦੀ ਹੈ ਕਿ ਇਸ ਇਲਾਕੇ ਦੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਵਾਸਤੇ ਮੇਰੇ ਵੱਲੋਂ ਕੋਸ਼ਿਸ਼ ਕੀਤੀ ਜਾਵੇਗੀ। ਪਰ ਜਦੋਂ ਕੁਝ ਵੀ ਨਹੀਂ ਹੁੰਦਾ ਤਾਂ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ, ਕਿਉਂਕਿ ਇਸ ਵਕਤ ਦਾ ਜਿਹੜਾ ਇਸ ਵਕਤ ਦਾ ਪਾਰਲੀਮੈਂਟ ਦਾ ਹੰਗਾਮਾ ਹੈ, ਇਸ ਦੇ ਨਾਲ ਕਿਸੇ ਨੂੰ ਮਿਲਣ ਵਾਲਾ ਕੁਝ ਨਹੀਂ, ਸਿਰਫ ਰੌਲਾ ਗੋਲਾ ਪਏਗਾ ਅਤੇ ਮੁਕਰਰ ਵਕਤ ਦੇ ਉੱਪਰ ਪੁੱਜਣ ਦੇ ਉੱਪਰ ਇਹ ਜਿਹੜਾ ਸੈਸ਼ਨ ਹੈ ਮੁਕੰਮਲ ਹੋ ਜਾਵੇਗਾ ਅਤੇ ਕਈ ਇਸ ਪ੍ਰਕਾਰ ਦੇ ਜਿਹੜੇ ਮਾਮਲੇ ਹੈਗੇ ਨੇ ਜਿਨ੍ਹਾਂ ਦੇ ਉੱਪਰ ਗੱਲਬਾਤ ਕੀਤੀ ਹੀ ਨਹੀਂ ਗਈ ਜਾਂ ਫਿਰ ਕਰਨਾ ਨਹੀਂ ਚਾਹੁੰਦੇ, ਠੀਕ ਹੈ ਜੀ, ਉਹਨਾਂ ਸਾਰਿਆਂ ਦੇ ਉੱਪਰ ਗੱਲਬਾਤ ਬਿਨਾਂ ਕੀਤੇ ਕਰਾਏ ਹੀ ਇਸ ਤਰੀਕੇ ਦੇ ਨਾਲ ਹੀ ਇਹ ਸੈਸ਼ਨ ਖਤਮ ਹੋ ਜਾਵੇਗਾ, ਜੋ ਕਿ ਸਿੱਧੇ ਤਰੀਕੇ ਦੇ ਨਾਲ ਲੋਕਤੰਤਰ ਦੇ ਉੱਪਰ ਇੱਕ ਹਮਲਾ ਵੀ ਤੁਸੀਂ ਕਹਿ ਸਕਦੇ ਹੋ, ਇੱਕ ਤਰੀਕੇ ਦੇ ਨਾਲ ਹਮਲਾ ਵੀ ਹੈ। ਬਾਕੀ ਚੜ੍ਹਦੀ ਕਲਾ ਟਾਈਮ ਟੀਵੀ ਦੇ ਉੱਪਰ ਇਸ ਤਰ੍ਹਾਂ ਦੀਆਂ ਹੋਰ ਅਪਡੇਟਸ ਲੈ ਕੇ ਅਸੀਂ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ। ਇਸ ਦੇ ਨਾਲ ਹੀ ਇਮਤਿਆਜ਼ ਬਰਾੜ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।